ਡਾਕਟਰ ਨਰਿੰਦਰ ਸਿੰਘ ਕਪੂਰ ਦੀ ਪੁਸਤਕ ਹੀ ਬਾਰੀਆਂ ਦਾ ਲੇਖ ਹੈ ਸੰਜਮ, ਸੰਕੋਚ ਤੇ ਸਲੀਕ। ਸੰਜਮ ਤੋਂ ਬਿਨਾਂ ਬੜੀ ਸਖਤ ਮਿਹਨਤ ਵੀ ਕੇਵਲ ਮਜ਼ਦੂਰੀ ਬਣ ਕੇ ਰਹਿ ਜਾਂਦੀ ਹੈ ਤੇ ਕੋਈ ਪ੍ਰਾਪਤੀ ਸੰਭਵ ਨਹੀਂ ਹੁੰਦੀ। ਨੇਮ ਤੇ ਕਾਨੂੰਨ ਉਹ ਬੰਧਨ ਹੁੰਦੇ ਹਨ ਜਿਨ੍ਹਾਂ ਨੂੰ ਸਮਾਜ ਸਾਡੇ ਉੱਪਰ ਠੋਸਦਾ ਹੈ, ਪਰ ਸੰਜਮ ਤੇ ਸੰਕੋਚ ਉਹ ਰੋਕਾਂ ਹੁੰਦੀਆਂ ਹਨ ਜਿਹੜੀਆਂ ਅਸੀਂ ਆਪ ਆਪਣੀ ਮਰਜ਼ੀ ਨਾਲ ਆਪਣੇ ਉੱਤੇ ਲਾਉਂਦੇ ਹਾਂ। ਹੋਛਿਆਂ, ਮੂਰਖਾਂ, ਕਮੀਨਿਆਂ ਤੇ ਹੰਕਾਰੀਆਂ ਕੋਲ ਹੋਰ ਭਾਵੇਂ ਸਭ ਕੁਝ ਹੁੰਦਾ ਹੈ, ਪਰ ਸੰਜਮ, ਸੰਕੋਚ ਤੇ ਸਲੀਕਾ ਨਹੀਂ ਹੁੰਦਾ। ਬਹੁਤ ਸਾਰੇ ਲੋਕਾਂ ਨੂੰ ਤੁਸੀਂ ਕੰਮ ਵਿੱਚ ਨਿਰੰਤਰ ਰੁੱਝੇ ਹੋਏ ਵੇਖਿਆ ਹੋਵੇਗਾ, ਪਰ ਇਹਦੇ ਬਾਵਜੂਦ ਜੇ ਉਹ ਤਰੱਕੀ ਨਹੀਂ ਕਰਦੇ ਤਾਂ ਕਾਰਨ ਇਹ ਹੈ ਕਿ ਉਹ ਕੰਮ ਤਾਂ ਕਰਦੇ ਹੈ ਪਰ ਕੰਮ ਨਿਪਟਾਉਂਦੇ ਨਹੀਂ, ਅਰਥਾਤ ਉਹਨਾਂ 'ਚ ਸਮੇਂ ਦਾ ਸੰਜਮ ਤੇ ਕੰਮ ਮੁਕਾਉਣ ਦਾ ਸਲੀਕਾ ਨਹੀਂ ਹੁੰਦਾ। ਤੁਸੀਂ ਬਹੁਤ ਸਾਰੇ ਲੋਕਾਂ ਨੂੰ ਕਿਸੇ ਸਮਾਗਮ 'ਤੇ ਭੋਜਨ ਖਾਂਦਿਆਂ ਵੀ ਵੇਖਿਆ ਹੋਵੇਗਾ, ਪਰ ਉਹ ਸਾਰਾ ਜੀਵਨ ਦਿਨ 'ਚ ਕਈ ਵਾਰ ਖਾਣ ਦੇ ਬਾਵਜੂਦ ਅਨੁਮਾਨ ਨਹੀਂ ਲਾ ਸਕਦੇ ਕਿ ਪਲੇਟ ਜਾਂ ਥਾਲੀ 'ਚ ਕਿੰਨਾ ਭੋਜਨ ਪਾਉਣ। ਸੰਜਮ ਦੀ ਘਾਟ ਕਾਰਨ ਹੀ ਥਾਲੀ ਜਾਂ ਪਲੇਟ ਵਿੱਚ ਤਸਲੇ ਜਿੰਨਾ ਸਮਾਨ ਪਾ ਕੇ ਨਾ ਖਾ ਸਕਣ ਕਾਰਨ ਸ਼ਰਮਸਾਰ ਹੁੰਦੇ ਰਹਿੰਦੇ ਹਨ। ਕਿਸੇ ਦੇ ਖਾਣ ਪੀਣ ਦੇ ਢੰਗ, ਤਰੀਕੇ ਤੇ ਸਮੱਗਰੀ ਦੀ ਮਾਤਰਾ ਤੋਂ ਉਹਦੀ ਸਮੁੱਚੀ ਜ਼ਿੰਦਗੀ ਦੀ ਤਰਜ਼ ਪਛਾਣੀ ਜਾ ਸਕਦੀ ਹੈ। ਜਿਹੜਾ ਉਤਸ਼ਾਹ ਨਾਲ ਨਹੀਂ ਖਾਂਦਾ ਉਹ ਜੀਵਨ ਵਿੱਚ ਵੀ ਬੁਝਿਆ ਤੇ ਹਾਰਿਆ ਹੋਏਗਾ। ਇਵੇਂ ਕਿਸੇ ਦੇ ਸੌਣ ਦੇ ਢੰਗ ਤਰੀਕੇ ਤੋਂ ਜੀਵਨ ਬਾਰੇ ਉਹਦੇ ਦ੍ਰਿਸ਼ਟੀਕੋਣ ਨੂੰ ਜਾਣਿਆ ਜਾ ਸਕਦਾ ਹੈ। ਝਗੜਾਲੂ ਬੰਦੇ ਜਾਗਦਿਆਂ ਹੀ ਨਹੀਂ, ਸੁੱਤਿਆਂ ਤੇ ਸੌਣ ਲੱਗਿਆਂ ਵੀ ਬੜਾ ਤੰਗ ਕਰਦੇ ਆ। ਵੇਖਿਆ ਗਿਆ ਕਿ ਜਿਨ੍ਹਾਂ ਕੋਲ ਖਾਣ ਪੀਣ ਲਈ ਖੁੱਲ੍ਹਾ ਹੈ ਉਹ ਵੀ ਬਿਮਾਰ ਹਨ, ਜਿਨ੍ਹਾਂ ਕੋਲ ਕੁਝ ਵੀ ਨਹੀਂ ਉਹ ਵੀ ਬਿਮਾਰ ਹਨ। ਪਰ ਜੇ ਸਾਰੇ ਆਪਣੀ ਲੋੜ ਅਨੁਸਾਰ ਵੰਡ ਲੈਣ ਤਾਂ ਸਾਰੇ ਤੰਦਰੁਸਤ ਹੋ ਸਕਦੇ ਹਨ। ਸਾਡੇ ਸਰੀਰ ਨੂੰ ਬੜੀ ਥੋੜ੍ਹੀ ਖੁਰਾਕ ਦੀ ਲੋੜ ਹੁੰਦੀ ਹੈ, ਪਰ ਕਿਉਂਕਿ ਸਾਨੂੰ ਡਾਕਟਰਾਂ ਦਾ ਫਿਕਰ ਹੁੰਦਾ ਹੈ, ਸੋ ਉਹਨਾਂ ਦੇ ਰੁਜ਼ਗਾਰ ਨੂੰ ਬਣਾਈ ਰੱਖਣ ਲਈ ਅਸੀਂ ਅਕਸਰ ਲੋੜ ਨਾਲੋਂ ਵੱਧ ਖਾ ਜਾਂਦੇ ਹਾਂ। ਸੰਜਮ ਤੇ ਸੰਕੋਚ ਦਾ ਪੱਲਾ ਛੱਡਦਿਆਂ ਹੀ ਅਣਗਿਣਤ ਮੁਸ਼ਕਿਲਾਂ ਤੇ ਮੁਸੀਬਤਾਂ ਸਾਨੂੰ ਘੇਰ ਲੈਂਦੀਆਂ ਹਨ। ਕਈ ਖੁੱਲ੍ਹਾ ਖਰਚ ਕਰਕੇ ਵੀ ਕੁਝ ਬੱਚਤ ਕਰ ਲੈਂਦੇ ਹਨ, ਪਰ ਕਈ ਥੋੜ੍ਹਾ ਖਰਚ ਕਰਨ ਦੇ ਬਾਵਜੂਦ ਵੀ ਥੋੜ੍ਹੇ ਰਹਿੰਦੇ ਹਨ। ਕਿਸੇ ਧਾਰਮਿਕ ਸਥਾਨ ਉੱਤੇ ਮਿਲਣ ਵਾਲਾ ਪ੍ਰਸ਼ਾਦ ਇਸ ਕਰਕੇ ਵਧੇਰੇ ਸਵਾਦ ਲੱਗਦਾ ਹੈ ਕਿਉਂਕਿ ਸੰਜਮੀ ਤੇ ਸੰਕੋਚਵੇਂ ਹੱਥਾਂ ਨਾਲ ਦਿੱਤਾ ਗਿਆ ਹੁੰਦਾ ਹੈ। ਆਨੰਦ ਮਾਣਨ ਦੀ ਵੀ ਇੱਕ ਹੱਦ ਹੁੰਦੀ ਹੈ। ਇਸ ਹੱਦ ਤੋਂ ਪਰੇ ਉਹੀ ਆਨੰਦ ਵਿਭਚਾਰ ਬਣ ਜਾਂਦਾ ਹੈ। ਖੁਸ਼ੀ ਸਦਾ ਸੰਜਮ ਦੇ ਸਾਥ ਵਿੱਚ ਹੁੰਦੀ ਹੈ। ਕਲਾਕਾਰ ਦੇ ਅਰਥ ਉਸ ਵਿਅਕਤੀ ਦੇ ਹਨ ਜਿਹੜਾ ਆਪਣਾ ਖੇਤਰ ਨਿਸ਼ਚਿਤ ਕਰ ਲੈਂਦਾ ਹੈ ਤੇ ਉਸ ਵਿੱਚ ਪੂਰੀ ਆਜ਼ਾਦੀ ਨਾਲ ਵਿਚਰਦਾ ਹੈ। ਇਵੇਂ ਹੀ ਘੋੜ ਸਵਾਰੀ ਰਫ਼ਤਾਰ ਨੂੰ ਸੰਜਮ 'ਚ ਰੱਖਣ ਦਾ ਹੁਨਰ ਹੈ। ਚਿੱਤਰਕਾਰੀ ਰੰਗਾਂ ਦਾ ਸੰਜਮ ਹੈ। ਸੁੰਦਰਤਾ ਅਨੁਪਾਤ ਦਾ ਸੰਜਮ ਹੈ। ਕਵਿਤਾ ਭਾਵਾਂ ਤੇ ਸ਼ਬਦਾਂ ਦੇ ਸੰਤੁਲਨ ਦਾ ਸੰਜਮ ਹੈ। ਇਵੇਂ ਹੀ ਸ਼ਤਰੰਜ ਦੂਜੀ ਧਿਰ ਦੀ ਸ਼ਕਤੀ ਨੂੰ ਮਾਪ ਕੇ ਆਪਣੀ ਸ਼ਕਤੀ ਨੂੰ ਸੰਜਮ ਤੇ ਸੰਕੋਚ ਨਾਲ ਵਰਤਣ ਦੀ ਖੇਡ ਹੈ। ਬੇਮੁਹਾਰੀਆਂ ਹਰਕਤਾਂ ਕੋਈ ਅਰਥ ਨਹੀਂ ਰੱਖਦੀਆਂ। ਸੰਜਮ 'ਚ ਬੰਨੀਆਂ ਹੋਈਆਂ ਹਰਕਤਾਂ ਹੀ ਨਾਚ ਖਵਾਉਂਦੀਆਂ ਹਨ। ਕਿਸੇ ਨੇ ਪੁੱਛਿਆ, ਜਿਉਂਦੇ ਰਹਿਣ ਲਈ ਕਿੰਨੀਆਂ ਕੁ ਚੀਜ਼ਾਂ ਦੀ ਲੋੜ ਹੁੰਦੀ ਹੈ? ਉੱਤਰ ਮਿਲਿਆ, ਜਿੰਨੀਆਂ ਕੁ ਕੋਈ ਵਿਅਕਤੀ ਬੜੀ ਆਸਾਨੀ ਨਾਲ ਆਪਣੇ ਸਿਰ ਉੱਤੇ ਚੁੱਕ ਸਕਦਾ ਹੈ। ਜਿੰਨੀਆਂ ਕਿਸੇ ਵਿਅਕਤੀ ਦੀਆਂ ਲੋੜਾਂ ਘੱਟ ਹੁੰਦੀਆਂ ਉਨਾ ਹੀ ਉਹ ਵਿਅਕਤੀ ਵਧੇਰੇ ਆਜ਼ਾਦ ਹੁੰਦਾ ਹੈ। ਕਿਸੇ ਨੇ ਮਹਾਤਮਾ ਗਾਂਧੀ ਨੂੰ ਕਿਹਾ, ਸਫ਼ਰ ਦੀ ਤਿਆਰੀ ਕਰ ਲਓ। ਉਹਨਾਂ ਕੋਨੇ 'ਚ ਪਈ ਹੋਈ ਸੋਟੀ ਚੁੱਕ ਕੇ ਕਿਹਾ, ਚਲੋ ਮੈਂ ਤਿਆਰ ਹਾਂ। ਕਿਸੇ ਵੀ ਮੁਸੀਬਤ ਵਿੱਚੋਂ ਨਿਕਲਿਆ ਜਾ ਸਕਦਾ ਹੈ, ਪਰ ਅਜਿਹਾ ਇਸ ਕਰਕੇ ਸੰਭਵ ਨਹੀਂ ਹੁੰਦਾ ਕਿਉਂਕਿ ਮੁਸੀਬਤ ਵਿੱਚੋਂ ਨਿਕਲਣ ਸਮੇਂ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਸਾਡਾ ਇਕੱਠਾ ਕੀਤਾ ਕੂੜਾ ਕਬਾੜ ਵੀ ਸਾਡੇ ਨਾਲ ਹੀ ਰਹੇ। ਪਿੱਛੇ ਹਟ ਰਹੀ ਫੌਜ ਜਾਂ ਹਮਲੇ ਦੀ ਤਿਆਰੀ ਕਰ ਰਿਹਾ ਦਸਤਾ ਆਪਣਾ ਵਾਧੂ ਸਾਜ਼ ਸਮਾਨ ਨਸ਼ਟ ਕਰਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਹੀ ਉਹਦੀ ਰਫ਼ਤਾਰ, ਸ਼ਕਤੀ ਤੇ ਕਾਰਜਕੁਸ਼ਲਤਾ ਵੱਧਦੀ ਹੈ। ਵੱਡੇ ਵੱਡੇ ਖਰਚੇ ਕਰਕੇ ਮਨੁੱਖ ਜਿਨ੍ਹਾਂ ਖੁਸ਼ੀਆਂ ਲਈ ਤਾਂਘਦਾ ਹੈ ਉਹ ਸੰਜਮ ਤੇ ਸੰਕੋਚ ਨਾਲ ਸਹਿਜੇ ਹੀ ਪ੍ਰਾਪਤ ਹੋ ਸਕਦੀਆਂ। ਇੱਕ ਸੰਜਮੀ ਵਿਅਕਤੀ ਦੀ ਪਛਾਣ ਇਹ ਹੁੰਦੀ ਹੈ ਕਿ ਉਹ ਕਿਸੇ ਨਾਲ ਵੀ ਆਪਣੀ ਬਿਮਾਰੀ ਦੀਆਂ ਗੱਲਾਂ ਨਹੀਂ ਕਰਦਾ
ਕਿਉਂਕਿ ਉਹਦਾ ਸਰੀਰ ਤੰਦਰੁਸਤ ਹੁੰਦਾ ਹੈ ਅਤੇ ਮਨ ਸ਼ਾਂਤ ਹੁੰਦਾ ਹੈ। ਜਿੱਥੇ ਸੰਜਮ ਦੀ ਘਾਟ ਹੋਵੇ ਉੱਥੇ ਸਰੀਰਕ ਸ਼ਕਤੀ ਦੇ ਘਟਣ ਨਾਲ ਸੰਕੋਚ ਅਤੇ ਸਲੀਕੇ ਦੇ ਗੁਣ ਆਉਣ ਦੀ ਥਾਂ ਮਨੁੱਖ ਵਧੇਰੇ ਲਾਲਚੀ ਅਤੇ ਕਮੀਨਾ ਹੋ ਜਾਂਦਾ ਹੈ। ਅਸੀਂ ਧੂੜ ਅਤੇ ਝੱਗ ਨੂੰ ਬੱਦਲ ਅਤੇ ਪਹਾੜ ਸਮਝਣ ਦੇ ਆਦੀ ਹਾਂ। ਇਸੇ ਕਰਕੇ ਸਾਨੂੰ ਅਨੇਕਾਂ ਵਾਰ ਸ਼ਰਮਸਾਰ ਹੋਣਾ ਪੈਂਦਾ ਹੈ। ਪੰਜਾਬੀ ਸੁਭਾਅ 'ਚ ਸੰਜਮ ਦੀ ਘਾਟ ਹੈ। ਇਸੇ ਕਰਕੇ ਬਹੁਤੇ ਖੇਤਰਾਂ 'ਚ ਸਾਡੀਆਂ ਪ੍ਰਾਪਤੀਆਂ ਦੇ ਕੱਦ ਨੀਵੇਂ ਹਨ। ਅਸੀਂ ਮਿਰਜ਼ੇ ਵਾਂਗ ਛੋਟੀਆਂ-ਛੋਟੀਆਂ ਜਿੱਤਾਂ ਤੋਂ ਸੰਤੁਸ਼ਟ ਹੋ ਕੇ ਆਪਣੇ ਦੁੱਖਾਂਤ ਸਿਰਜਦੇ ਰਹਿੰਦੇ ਹਾਂ। ਸਾਡਾ ਸੁਭਾਅ ਰੇਤ ਵਾਲਾ ਹੈ, ਇੱਕਦਮ ਤਪ ਉੱਠਣਾ ਅਤੇ ਇੱਕਦਮ ਠੰਡੇ ਪੈ ਜਾਣਾ। ਸੰਜਮ ਦੀ ਘਾਟ ਕਾਰਨ ਹੀ ਸਾਡੇ 'ਚ ਸਬਰ ਨਹੀਂ। ਅਸੀਂ ਸਫੈਦੇ ਦੇ ਦਰੱਖਤਾਂ ਵਾਂਗ ਝਟਪਟ ਉੱਚੇ ਹੋਣ ਦੀ ਕਾਹਲ ਵਿੱਚ ਹਾਂ। ਪੰਜਾਬ ਵਿੱਚ ਸਫੈਦੇ ਦੇ ਦਰੱਖਤਾਂ ਦੇ ਅੰਨ੍ਹੇਵਾਹ ਲੱਗਣ ਲਗਾਉਣ ਦੀ ਬਿਰਤੀ ਨੇ ਬਿਨਾਂ ਮਿਹਨਤ ਦੇ ਅਮੀਰ ਹੋਣ ਦੀ ਕਾਹਲ ਉਪਜਾਈ ਹੈ। ਭੁੱਲਣਾ ਨਹੀਂ ਚਾਹੀਦਾ ਕਿ ਕੰਮ ਕਰਨ ਦਾ ਕੋਈ ਵੀ ਇਮਾਨਦਾਰ ਢੰਗ ਜਾਂ ਉਸਾਰੂ ਅਤੇ ਲਾਭਦਾਇਕ ਕਾਰਜ ਸੌਖਾ ਨਹੀਂ ਹੁੰਦਾ। ਸੰਜਮ ਅਸਲ ਵਿੱਚ ਆਪਣੇ ਆਪ ਨੂੰ ਤਾਅ ਦੇਣ ਦੀ ਜੁਗਤ ਹੈ। ਘੱਟ ਤਾਅ ਨਾਲ ਸ਼ਖਸੀਅਤ ਪਿੱਲੀ ਅਤੇ ਵੱਧ ਤਾਅ ਦੇਣ ਨਾਲ ਖਿੰਗਰ ਬਣ ਜਾਂਦੀ ਹੈ। ਗਲਤੀਆਂ ਸਾਰਿਆਂ ਤੋਂ ਹੀ ਹੁੰਦੀਆਂ, ਪਰ ਇੱਕ ਸੰਜਮੀ ਵਿਅਕਤੀ ਹੀ ਉਹਨਾਂ ਨੂੰ ਦੁਹਰਾਉਣ ਤੋਂ ਬਚ। ਕਹਿੰਦੇ ਹਨ ਵਿਹਲੜਾਂ ਕੋਲ ਫੁਰਸਤ ਨਹੀਂ ਹੁੰਦੀ, ਪਰ ਸੰਜਮੀ ਕੋਲ ਹਰ ਚੰਗੇ ਕੰਮ ਲਈ ਅਥਾਹ ਸਮਾਂ ਹੁੰਦਾ ਹੈ। ਇੱਕ ਸੰਜਮੀ ਵਿਅਕਤੀ ਨਾ ਝਟਪਟ ਗੁੱਸੇ ਹੁੰਦਾ ਹੈ, ਨਾ ਹੀ ਝਟਪਟ ਖੁਸ਼ ਹੁੰਦਾ ਹੈ। ਬਹੁਤੇ ਲੋਕਾਂ ਨੂੰ ਬਿਨਾਂ ਸਬੂਤਾਂ ਅਤੇ ਆਧਾਰਾਂ ਦੇ ਅਵਾਰਾ ਜਿਹੀ ਰਾਏ ਪ੍ਰਗਟਾਉਣ ਦੀ ਬਿਮਾਰੀ ਹੁੰਦੀ ਹੈ। ਅਜਿਹੇ ਲੋਕਾਂ ਵਿੱਚ ਹਉਮੈ ਵੀ ਹੋਏਗੀ। ਹਉਮੈ ਅਸਲ ਵਿੱਚ ਸਾਡੇ ਵੱਧ ਰਹੇ ਅਗਿਆਨ ਦਾ ਪ੍ਰਮਾਣ ਹੁੰਦੀ ਹੈ। ਜਿੰਨਾ ਚਿਰ ਅਸੀਂ ਹਉਮੈ ਦੀ ਪਕੜ 'ਚ ਹੁੰਦੇ ਹਾਂ, ਉਨਾ ਚਿਰ ਅਸੀਂ ਸਰਬ ਸਾਂਝੀ ਖੁਸ਼ੀ ਤੋਂ ਵਾਂਝੇ ਹੀ ਰਹਿੰਦੇ ਹਾਂ। ਸਭ ਪ੍ਰਕਾਰ ਦੀ ਈਰਖਾ ਤਿਆਗੇ ਬਿਨਾਂ ਸੋਹਣੀ ਸੱਭਿਅਤਾ ਦੇ ਸੁਪਨੇ ਨੂੰ ਸਾਕਾਰ ਨਹੀਂ ਕੀਤਾ ਜਾ ਸਕਦਾ। ਕਹਿੰਦੇ ਹਨ ਮਨੁੱਖ ਜਿੰਨਾ ਛੋਟਾ ਹੁੰਦਾ ਹੈ, ਉਹਦਾ ਹੰਕਾਰ ਓਨਾ ਹੀ ਵੱਡਾ ਹੁੰਦਾ ਹੈ। ਅਜਿਹੇ ਲੋਕਾਂ ਦੀ ਬੋਲੀ ਦਾ ਹੁਸਨ ਨਿੰਦਿਆ ਵਿੱਚ ਹੀ ਨਿਖਰਦਾ ਹੈ। ਹਰ ਈਰਖਾ ਠੀਕ ਪ੍ਰਸ਼ਨ ਦਾ ਗਲਤ ਕੱਢਿਆ ਉੱਤਰ ਹੁੰਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਮਨੁੱਖ ਓਨਾ ਚਿਰ ਹੀ ਮਾੜਾ ਹੁੰਦਾ ਹੈ ਜਿੰਨਾ ਚਿਰ ਉਹ ਈਰਖਾ ਦੇ ਵੱਸ 'ਚ ਹੁੰਦਾ ਹੈ। ਈਰਖਾ ਮਨੁੱਖ ਦਾ ਸੁਭਾਅ ਨਹੀਂ, ਇਹ ਤਾਂ ਕਾਣੀ ਆਰਥਿਕ ਪ੍ਰਣਾਲੀ ਦੀ ਉਪਜਾਈ ਬੇਚਾਰਗੀ ਦੇ ਅੱਡੇ ਖੇੜੇ ਹਨ। ਈਰਖਾ ਕਰਨ ਵਾਲੇ ਵਾਂਗ ਹੀ ਉਹਦੀ ਝੂਠੀ ਸੂਚਨਾ ਦੇਣ ਵਾਲਾ ਵੀ ਦੁੱਖ ਦਿੰਦਾ ਹੈ, ਕਿਉਂਕਿ ਇੱਕ ਈਰਖਾ ਕਰਦਾ ਹੈ ਜਦ ਕਿ ਦੂਜਾ ਉਹਦੀ ਖਬਰ ਲਿਆ ਕੇ ਦਿੰਦਾ ਹੈ। ਜੇ ਮਨੁੱਖ ਵਿੱਚੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਕੱਢ ਦਿੱਤੇ ਜਾਣ ਤਾਂ ਜੋ ਬਾਕੀ ਬਚੇਗਾ ਉਹ ਮਨੁੱਖ ਨਹੀਂ ਹੋਏਗਾ। ਇਹ ਸਾਰੇ ਮਨੁੱਖੀ ਸ਼ਖਸੀਅਤ ਦੇ ਪੱਖ ਹਨ, ਇਹ ਮਾਰੇ ਨਹੀਂ ਜਾ ਸਕਦੇ। ਲੋੜ ਇਹਨਾਂ ਨੂੰ ਸੰਜਮ 'ਚ ਰੱਖਣ ਦੀ ਹੈ। ਸੰਜਮ ਤੇ ਸੰਕੋਚ ਵਿੱਚ ਵਿਚਰਨ ਵਾਲੇ ਵਿਅਕਤੀ ਕੋਲ ਇੰਨਾ ਸਮਾਂ ਹੀ ਨਹੀਂ ਹੁੰਦਾ ਕਿ ਉਹ ਕਿਸੇ ਨੂੰ ਈਰਖਾ ਕਰੇ। ਅਸਲ 'ਚ ਅਜਿਹਾ ਵਿਅਕਤੀ ਕਿਸੇ ਨੂੰ ਈਰਖਾ ਕੀਤੇ ਜਾਣ ਦੇ ਯੋਗ ਹੀ ਨਹੀਂ ਸਮਝਦਾ। ਸੰਜਮ ਤੇ ਸੰਕੋਚ ਵਿੱਚ ਵਿਚਰਨ ਵਾਲੇ ਲੋਕਾਂ ਦੇ ਵਿਚਾਰ ਸਮਾਜ ਦੀ ਰਾਏ ਤੇ ਸਮਾਜ ਲਈ ਆਦਰਸ਼ ਬਣ ਜਾਂਦੇ ਹਨ। ਜ਼ਬਾਨ ਦਾ ਸੰਜਮ ਤਿਆਗਣ ਨਾਲ ਹੀ ਪਰਿਵਾਰ, ਸਮਾਜ ਤੇ ਰਾਜਨੀਤੀ 'ਚ ਅਨੇਕਾਂ ਝਗੜੇ ਉਤਪੰਨ ਹੁੰਦੇ ਹਨ। ਝਗੜਾ ਇਵੇਂ ਕਰਨਾ ਚਾਹੀਦਾ ਹੈ ਕਿ ਸਮਝੌਤਾ ਕਰਨ ਵੇਲੇ ਕਿਸੇ ਵੀ ਪੱਖੋਂ ਸ਼ਰਮਸਾਰ ਨਾ ਹੋਣਾ ਪਵੇ। ਗੁੱਸੇ ਵਿੱਚ ਕੀਤੇ ਹਰ ਫੈਸਲੇ ਦਾ ਪਛਤਾਵਾ ਹੁੰਦਾ ਹੈ ਤੇ ਕਾਹਲ 'ਚ ਕੀਤੇ ਹਰ ਕੰਮ ਨੂੰ ਦੁਬਾਰਾ ਕਰਨਾ ਪੈਂਦਾ ਹੈ। ਅਰਸਤੂ ਨੇ ਕਿਹਾ ਸੀ ਕਿ ਗੁੱਸੇ ਹੋਣ ਦਾ ਅਧਿਕਾਰ ਕੇਵਲ ਉਸ ਵਿਅਕਤੀ ਨੂੰ ਹੈ ਜਿਹਨੂੰ ਠੀਕ ਸਮੇਂ ਉੱਤੇ ਠੀਕ ਵਿਅਕਤੀ ਨਾਲ ਠੀਕ ਉਦੇਸ਼ ਲਈ ਸਹੀ ਮਾਤਰਾ ਵਿੱਚ ਤੇ ਢੁਕਵੇਂ ਢੰਗ ਨਾਲ ਗੁੱਸੇ ਹੋਣ ਦੇ ਸਲੀਕੇ ਦਾ ਗਿਆਨ ਹੈ। ਗੁੱਸੇ ਹੋਣ ਤੇ ਰੁੱਸਣ ਦੇ ਪੱਖ ਤੋਂ ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਕੋਲ ਵਿਧੀ ਤੇ ਵੰਨਗੀ ਦੇ ਪੱਖੋਂ ਵਧੇਰਾ ਹੁਨਰ ਹੁੰਦਾ ਹੈ। ਇਸਤਰੀ ਦਾ ਸੁਭਾਅ ਹੈ ਕਿ ਜਦੋਂ ਵੀ ਕਿਸੇ ਨਾਲ ਰੁੱਸਦੀ ਹੈ ਉਸ ਵੱਲੋਂ ਮਨਾਏ ਜਾਣ ਦੀ ਸੰਭਾਵਨਾ ਰੱਖ ਕੇ ਰੁੱਸਦੀ ਹੈ। ਬੇਦਾਵੇ ਤੇ ਬੇਦਖਲੀਆਂ ਕੇਵਲ ਪੁਰਸ਼ ਹੀ ਲਿਖਦੇ ਹੈ। ਸੰਸਾਰ ਤੇ ਸਮਾਜ ਵਿੱਚ ਸੰਜਮ, ਸੰਕੋਚ ਤੇ ਜ਼ਿੰਮੇਵਾਰੀ ਨਾਲ ਜਿਉਣ ਵਾਲੇ ਵਿਅਕਤੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ। ਕਦੀ ਵੀ ਦੇਖ ਲੈਣਾ ਕਿ ਕਿਸੇ ਵੀ ਝਗੜੇ 'ਚ ਅੰਤ ਨੂੰ ਜਿੱਤੇਗਾ ਉਹੀ
ਜਿਸ 'ਚ ਵਧੇਰੇ ਸੰਜਮ ਹੋਏਗਾ ਤੇ ਜਿਹੜਾ ਵਧੇਰੇ ਸਬਰ ਦਿਖਾਏਗਾ। ਕਿਸੇ ਸਮੱਸਿਆ ਨੂੰ ਸੁਲਝਾਉਣ ਦਾ ਸਭ ਤੋਂ ਵਧੀਆ ਢੰਗ ਇਹ ਹੁੰਦਾ ਹੈ ਕਿ ਉਹ ਸਮੱਸਿਆ ਪੈਦਾ ਹੀ ਨਾ ਹੋਣ ਦਿੱਤੀ ਜਾਏ। ਪਰ ਜੇ ਸਮੱਸਿਆ ਉਪਜ ਹੀ ਪਵੇ ਤਾਂ ਉਸ ਨੂੰ ਇਵੇਂ ਨਹੀਂ ਸੁਲਝਾਉਣਾ ਚਾਹੀਦਾ ਜਿਵੇਂ ਉਹ ਸੰਸਾਰ ਦੀ ਸਭ ਤੋਂ ਵੱਡੀ ਸਮੱਸਿਆ ਹੋਵੇ, ਸਗੋਂ ਉਹਨੂੰ ਹੋਰ ਸਮੱਸਿਆਵਾਂ ਵਾਂਗ ਕੇਵਲ ਇੱਕ ਸਮੱਸਿਆ ਸਮਝ ਕੇ ਸੁਭਾਵਕ ਬਿਰਤੀ ਨਾਲ ਸੁਲਝਾਉਣਾ ਚਾਹੀਦਾ। ਵੇਖਿਆ ਗਿਆ ਕਿ ਗੁੱਸਾ ਆਉਣਾ ਤੇ ਝਟਪਟ ਪ੍ਰਤੀਕਰਮ ਦੇਣਾ ਗਰੀਬੀ ਦੀਆਂ ਨਿਸ਼ਾਨੀਆਂ ਹਨ, ਅਮੀਰੀ ਦੀਆਂ ਅਲਾਮਤਾਂ ਨਹੀਂ। ਅਸੰਜਮੀ ਵਿਅਕਤੀ 'ਚ ਝਟਪਟ ਗੁੱਸੇ ਹੋਣ ਦੀ ਬਿਰਤੀ ਹੁੰਦੀ ਹੈ। ਗੁੱਸੇ ਹੋਣ ਵਾਲਾ ਵਿਅਕਤੀ ਆਪਣੇ ਕੋਲ ਹਥਿਆਰ ਰੱਖਣ ਦਾ ਇੱਛੁਕ ਹੁੰਦਾ ਹੈ। ਹਥਿਆਰ ਵਾਲਾ ਵਿਅਕਤੀ ਹਥਿਆਰ ਵਰਤਣ ਲਈ ਕੋਈ ਨਾ ਕੋਈ ਮੌਕਾ ਲੱਭ ਹੀ ਲੈਂਦਾ ਹੈ। ਇਵੇਂ ਗੁੱਸਾ ਅੰਤ ਨੂੰ ਕਿਸੇ ਜ਼ੁਲਮ ਜਾਂ ਜ਼ਬਰ ਵਿੱਚ ਪ੍ਰਗਟ ਹੁੰਦਾ ਹੈ। ਕਿਸੇ ਵੀ ਵਧੀਕੀ ਕਰਨ ਵਾਲੇ ਤੋਂ ਬਦਲਾ ਲੈਣ ਦਾ ਸਭ ਤੋਂ ਵਧੀਆ ਤਰੀਕਾ ਤਾਂ ਉਹਨੂੰ ਮਾਫ਼ ਕਰਨਾ ਹੁੰਦਾ ਹੈ। ਪਰ ਜੇ ਬਦਲਾ ਲੈਣਾ ਹੀ ਪਵੇ ਤਾਂ ਜਿੰਨਾ ਚਿਰ ਟਾਲਿਆ ਜਾ ਸਕੇ ਬਦਲਾ ਲੈਣ ਨੂੰ ਟਾਲਣਾ ਚਾਹੀਦਾ ਹੈ। ਸੰਜਮ ਦੀ ਸਭ ਤੋਂ ਵਧੇਰੇ ਜ਼ਰੂਰਤ ਨਿੱਜੀ ਲੋੜਾਂ ਤੇ ਆਦਤਾਂ 'ਚ ਹੁੰਦੀ ਹੈ। ਉਦਾਹਰਣ ਵਜੋਂ ਜਿਹੜੀਆਂ ਚੀਜ਼ਾਂ ਜੀਭ ਨੂੰ ਸਵਾਦ ਦਿੰਦੀਆਂ ਉਹੀ ਮਿਹਦੇ ਲਈ ਨੁਕਸਾਨਦੇਹ ਹੁੰਦੀਆਂ। ਅਸੰਜਮੀ ਹੋ ਕੇ ਖਾਧੀ ਤੇ ਖਰੀਦੀ ਕੋਈ ਵੀ ਚੀਜ਼ ਲਾਹੇਵੰਦੀ ਨਹੀਂ ਹੁੰਦੀ। ਸਮੱਸਿਆਵਾਂ ਬਾਰੇ ਸਾਡੇ ਫੈਸਲੇ ਕਿੰਨੇ ਕੁ ਠੀਕ ਹੋਣਗੇ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਉਹਨਾਂ ਨੂੰ ਅਸੀਂ ਵਿਚਾਰਿਆ ਕਿੰਨੇ ਕੁ ਖੁੱਲ੍ਹੇ ਮਨ ਨਾਲ ਹੈ। ਅਸੀਂ ਸਵੇਰੇ ਵਕਤ ਸਿਰ ਉੱਠਾਂਗੇ ਕਿ ਨਹੀਂ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਰਾਤ ਨੂੰ ਵਕਤ ਸਿਰ ਸੁੱਤੇ ਸਾਂ ਕਿ ਨਹੀਂ। ਅਸੀਂ ਉਹਨਾਂ ਪੈਸਿਆਂ ਨੂੰ ਹੀ ਠੀਕ ਢੰਗ ਨਾਲ ਖਰਚਦੇ ਹਾਂ ਜਿਹੜੇ ਅਸੀਂ ਮਿਹਨਤ ਕਰਕੇ ਆਪ ਕਮਾਏ ਹੋਣ। ਕੋਈ ਚੀਜ਼ ਇਸ ਕਰਕੇ ਨਹੀਂ ਖਰੀਦਣੀ ਚਾਹੀਦੀ ਕਿ ਉਹ ਸਸਤੀ ਹੈ, ਨਾ ਹੀ ਕੋਈ ਚੀਜ਼ ਇਸ ਕਰਕੇ ਖਾ ਲੈਣੀ ਚਾਹੀਦੀ ਹੈ ਕਿ ਉਹ ਖਰਾਬ ਹੋ ਜਾਏਗੀ। ਜੋ ਕੁਝ ਵੀ ਖਿੜੇ ਮਨ ਨਾਲ ਦੂਜਿਆਂ ਦਾ ਧਿਆਨ ਰੱਖ ਕੇ ਚੰਗੀ ਭਾਵਨਾ ਨਾਲ ਕੀਤਾ ਜਾਏ ਉਹ ਗਲਤ ਨਹੀਂ ਹੁੰਦਾ। ਇਸੇ ਨੂੰ ਹੀ ਸੰਜਮ ਕਹਿੰਦੇ ਹੈ। ਕਹਿੰਦੇ ਹਨ ਕਿ ਸੰਜਮੀ ਤੇ ਬਹਾਦਰ ਵਿਅਕਤੀ ਡਿੱਗ ਭਾਵੇਂ ਪਵੇ ਪਰ ਉਹ ਕਦੇ ਵੀ ਕਿਸੇ ਸਾਹਮਣੇ ਝੁਕੇਗਾ ਨਹੀਂ। ਅਜਿਹਾ ਵਿਅਕਤੀ ਕੇਵਲ ਵਧੇਰੇ ਬਹਾਦਰ ਬੰਦੇ ਸਾਹਮਣੇ ਹੀ ਝੁਕੇਗਾ। ਜੀਵਨ 'ਚ ਬੜੀਆਂ ਮੁਸ਼ਕਿਲਾਂ ਤੇ ਮੁਸੀਬਤਾਂ ਹਨ ਪਰ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਸਾਡੇ ਕੋਲ ਆਸ ਤੇ ਹਿੰਮਤ ਦੀਆਂ ਨਿਆਮਤਾਂ ਵੀ ਹਨ। ਕਿਹਾ ਜਾਂਦਾ ਹੈ ਕਿ ਮਦਦ ਕਰਨ ਵਾਲੇ ਨੂੰ ਚਾਹੀਦਾ ਹੈ ਕਿ ਉਹ ਕਦੇ ਜਤਲਾਵੇ ਨਾ ਤੇ ਮਦਦ ਲੈਣ ਵਾਲੇ ਨੂੰ ਚਾਹੀਦਾ ਹੈ ਕਿ ਉਹ ਕਦੇ ਭੁੱਲੇ ਨਾ। ਮਦਦ ਘੱਟ ਤੋਂ ਘੱਟ ਲੈਣੀ ਚਾਹੀਦੀ ਹੈ ਪਰ ਕਿਸੇ ਲੋੜਵੰਦ ਦੀ ਮਦਦ ਕਰਨ ਦਾ ਕੋਈ ਵੀ ਅਵਸਰ ਗੁਆਉਣਾ ਨਹੀਂ ਚਾਹੀਦਾ। ਬੇਨੇਮੀ ਉਦਾਰਤਾ ਤੇ ਅਸੰਜਮੀ ਮਦਦ ਸੁਆਰ ਦੀ ਘੱਟ ਹੈ ਤੇ ਵਿਗਾੜ ਵਧੇਰੇ ਪੁਜਾਉਂਦੀ ਹੈ। ਖਰਚਣ ਵਰਤਨ 'ਚ ਸੰਜਮ ਦੀ ਸਭ ਤੋਂ ਵਧੇਰੇ ਲੋੜ ਹੁੰਦੀ ਹੈ। ਚੀਜ਼ਾਂ ਵਸਤਾਂ ਖਰੀਦਣੀਆਂ ਸੌਖੀਆਂ ਹੁੰਦੀਆਂ ਪਰ ਉਹਨਾਂ ਤੋਂ ਛੁਟਕਾਰਾ ਪਾਉਣਾ ਔਖਾ ਹੁੰਦਾ ਹੈ ਤੇ ਹੌਲੀ ਹੌਲੀ ਘਰ ਕਬਾੜਖਾਨੇ ਬਣ ਜਾਂਦੇ ਹੈ। ਕਈ ਲੋਕ ਸਜਾਵਟ ਦੇ ਅਰਥ ਇਹ ਲੈਂਦੇ ਆ ਕਿ ਸੋਹਣੀਆਂ ਤੇ ਮਹਿੰਗੀਆਂ ਚੀਜ਼ਾਂ ਲਿਆ ਕੇ ਘਰ 'ਚ ਸਜਾਈਆਂ ਜਾਣ, ਪਰ ਸਜਾਵਟ ਦੇ ਅਸਲ ਅਰਥ ਇਹ ਹਨ ਕਿ ਫਾਲਤੂ ਚੀਜ਼ਾਂ ਨੂੰ ਹੂੰਝ ਕੇ ਬਾਹਰ ਸੁੱਟ ਦਿੱਤਾ ਜਾਏ। ਸਭ ਤੋਂ ਸੋਹਣੀ ਸਜਾਵਟ ਕਿਤਾਬਾਂ ਹੁੰਦੀਆਂ। ਜਿਵੇਂ ਬੱਦਲ ਅਸਮਾਨ ਦੀ ਕਲਪਨਾ ਹੁੰਦੇ ਹੈ ਉਵੇਂ ਕਿਤਾਬਾਂ ਮਾਨਵ ਜਾਤੀ ਦੇ ਸਾਕਾਰ ਹੋਏ ਸੁਪਨੇ ਹੁੰਦੀਆਂ ਹਨ। ਅਸੀਂ ਉਦੋਂ ਤੱਕ ਕਿਸੇ ਤੋਂ ਕੁਝ ਸਿੱਖ ਹੀ ਨਹੀਂ ਸਕਦੇ ਜਦ ਤੱਕ ਸਾਡੇ ਮਨ 'ਚ ਉਸ ਪ੍ਰਤੀ ਸਤਿਕਾਰ ਨਹੀਂ ਉਪਜਦਾ। ਕਿਸੇ ਲਈ ਸਤਿਕਾਰ ਆਪਣੀ ਸੋਚ ਨੂੰ ਸੰਜਮ 'ਚ ਰੱਖਣ ਦਾ ਸਲੀਕਾ, ਹੁਨਰ ਤੇ ਵਰਤਾਰਾ ਹੁੰਦਾ ਹੈ। ਜੇ ਸਤਿਕਾਰ, ਧੰਨਵਾਦ ਤੇ ਸੰਜਮ ਦਾ ਕੋਈ ਹੋਰ ਆਧਾਰ ਨਹੀਂ ਦਿਸਦਾ ਤਾਂ ਵਿਅਕਤੀ ਦੀ ਉਮਰ ਦਾ ਧਿਆਨ ਕਰ ਲੈਣਾ ਚਾਹੀਦਾ ਹੈ। ਸਤਿਕਾਰ, ਸੰਜਮ ਤੇ ਧੰਨਵਾਦ ਦੀ ਭਾਵਨਾ ਨਾਲ ਅਨੇਕਾਂ ਘਰਾਂ ਦੇ ਬੰਦ ਬੂਹੇ ਤੁਹਾਡੇ ਲਈ ਖੁੱਲ੍ਹ ਜਾਣਗੇ। ਸੰਜਮ ਕੋਈ ਹਥਿਆਰ ਨਹੀਂ, ਇਹ ਸਭ ਹਮਲਿਆਂ ਤੇ ਹਥਿਆਰਾਂ ਨੂੰ ਬਰਦਾਸ਼ਤ ਕਰਨ ਵਾਲੀ ਢਾਲ ਹੁੰਦੀ ਹੈ। ਧੰਨਵਾਦ।